ਹਾਂਜੀ, ਗੁਰੂ ਸਟੱਡੀ ਪੁਆਇੰਟ 'ਤੇ ਆਪ ਜੀ ਦਾ ਸਵਾਗਤ ਹੈ। ਸੋ ਦੋਸਤੋ, ਲੈ ਕੇ ਆਏ ਹਾਂ ਤੁਹਾਡੇ ਲਈ SST ਮਾਸਟਰ ਕੇਡਰ ਦੀਆਂ ਪੋਸਟਾਂ ਦੀ ਤਿਆਰੀ ਦੇ ਲਈ ਹਿਸਟਰੀ ਵਿਸ਼ੇ ਦਾ ਅੱਜ 24 ਨੰਬਰ ਲੈਕਚਰ ਹੈ ਜੀ। 23 ਲੈਕਚਰ ਤੁਸੀਂ ਆਪਣੇ ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੋ। ਗੁਰੂ ਸਟੱਡੀ ਪੁਆਇੰਟ ਚੈਨਲ ਨੂੰ ਫੋਲੋ ਕਰੋ, ਸੋ ਸਬਸਕ੍ਰਾਈਬ ਕਰੋ ਅਤੇ ਇਹਦੀ ਚੈਨਲ ਦੀ ਪਲੇਲਿਸਟ ਦੇ ਵਿੱਚ ਜਾਓ। ਜੇਕਰ ਤੁਸੀਂ GK ਵਗੈਰਾ ਜਾਂ ਪੰਜਾਬੀ ਕਿਸੇ ਵੀ ਵਿਸ਼ੇ ਦੀ ਤਿਆਰੀ ਕਰਨੀ ਹੈ, ਅਲੱਗ-ਅਲੱਗ ਪਲੇਲਿਸਟ ਨੂੰ ਤੁਸੀਂ ਚੈੱਕ ਕਰ ਸਕਦੇ ਹੋ, ਦੇਖ ਸਕਦੇ ਹੋ। ਸਾਰੇ ਵਿਸ਼ਿਆਂ ਦੀ ਤਿਆਰੀ ਤੁਹਾਨੂੰ ਮਿਲੂਗੀ। ਸੋ ਕੰਟੀਨਿਊ ਜਿਹੜੇ ਹੁਣ ਆਪਣੇ ਮੌਜੂਦਾ ਸਮੇਂ 'ਚ ਲੈਕਚਰ ਚੱਲ ਰਹੇ ਨੇ, ਉਹ SST ਮਾਸਟਰ ਕੇਡਰ ਦੀਆਂ ਪੋਸਟਾਂ ਜੋ ਆਈਆਂ ਹੋਈਆਂ ਨੇ ਉਹਨਾਂ ਦੇ ਨਾਲ ਸੰਬੰਧਿਤ ਨੇ। ਹਿਸਟਰੀ ਵਿੱਚ ਵਿਸ਼ੇ ਦਾ ਆਪਣਾ 24 ਨੰਬਰ ਲੈਕਚਰ ਹੈ। ਪੋਲੀਟੀਕਲ ਵਿਸ਼ੇ ਦੇ ਆਪਾਂ 4 ਲੈਕਚਰ ਪਾ ਚੁੱਕੇ ਹਾਂ, 5 ਨੰਬਰ ਲੈਕਚਰ ਲੈ ਕੇ ਆਵਾਂਗੇ ਜਲਦੀ। ਸੋ ਆਪਾਂ ਦੋਸਤੋ ਕਰਵਾ ਚੁੱਕੇ ਹਾਂ ਤੁਹਾਨੂੰ ਮੱਧਕਾਲ ਕਰਵਾ ਰਹੇ ਹਾਂ। ਹੜੱਪਾ ਸਭਿਅਤਾ ਤੋਂ ਸ਼ੁਰੂ ਕੀਤਾ ਹੋਇਆ ਪ੍ਰਾਚੀਨ ਕਾਲ ਆਪਾਂ ਕਵਰ ਕਰ ਚੁੱਕੇ ਹਾਂ। ਮੱਧਕਾਲ ਆਪਣਾ ਜਹਾਂਗੀਰ, ਸ਼ਾਹਜਹਾਂ, ਔਰੰਗਜ਼ੇਬ ਇਹਨਾਂ ਮਤਲਬ ਕਰੈਕਟਰਾਂ ਦੇ ਨੇੜੇ ਆ ਚੁੱਕਿਆ। ਇਹਨਾਂ ਬਾਦਸ਼ਾਹਾਂ ਨੂੰ ਆਪਾਂ ਪੜ੍ਹ ਰਹੇ ਹਾਂ। ਸੋ ਮੇਨ ਆਪਾਂ ਪ੍ਰਸ਼ਨ ਕਰਦੇ ਹੁੰਦੇ ਹਾਂ ਟੌਪਿਕ ਵਾਈਜ਼, ਫਿਰ ਆਪਾਂ ਮਿਕਸ ਲੈ ਕੇ ਆਵਾਂਗੇ। ਸੋ ਦੋਸਤੋ ਸ਼ੁਰੂ ਕਰੀਏ ਅੱਜ ਦਾ ਪਹਿਲਾ ਪ੍ਰਸ਼ਨ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਨਿਆਂ ਦੀ ਜੰਜੀਰ ਦਾ ਸੰਬੰਧ ਕਿਸ ਮੁਗਲ ਸ਼ਾਸਕ ਨਾਲ ਹੈ? ਸੋ ਇੱਥੇ ਇਹ ਸ਼ਬਦਾਂ ਨੂੰ ਧਿਆਨ ਨਾਲ ਦਿਓ। ਇੱਥੇ ਇੰਗਲਿਸ਼ ਦੇ ਸ਼ਬਦ ਲਿਖੇ ਹੋਏ ਸੀ, ਉਹ ਇਸ ਤਰ੍ਹਾਂ ਬਣ ਗਏ। ਸੋ ਪਹਿਲਾ ਪ੍ਰਸ਼ਨ ਸੀ ਵੀ ਨਿਆਂ ਦੀ ਜੰਜੀਰ ਦਾ ਸੰਬੰਧ ਕਿਸ ਨਾਲ ਹੈ? ਅਕਬਰ ਨਾਲ, ਜਹਾਂਗੀਰ ਨਾਲ, ਔਰੰਗਜ਼ੇਬ ਜਾਂ ਹੁਮਾਯੂੰ ਨਾਲ? ਸੋ ਇਹਦਾ ਸੰਬੰਧ ਹੈ ਜੀ, ਆਪਸ਼ਨ ਨੰਬਰ 2 ਸਹੀ ਹੈ, ਜਹਾਂਗੀਰ ਦੇ ਨਾਲ। ਇਹ ਜਹਾਂਗੀਰ ਦੇ ਵੱਲੋਂ ਲਵਾਈ ਗਈ ਸੀ ਨਿਆਂ ਦੀ ਜੰਜੀਰ। ਇਹਨੂੰ ਸੋਨੇ ਦੀ ਜੰਜੀਰ ਵੀ ਕਹਿੰਦੇ ਨੇ। ਇਹਦੇ ਦੋ ਨਾਂ ਨੇ, ਨਿਆਂ ਦੀ ਜੰਜੀਰ ਵੀ ਕਹਿੰਦੇ ਨੇ, ਸੋਨੇ ਦੀ ਜੰਜੀਰ ਵੀ ਕਹਿੰਦੇ ਨੇ। ਜਹਾਂਗੀਰ ਨੇ ਮਤਲਬ ਆਗਰਾ ਦੇ ਕਿਲ੍ਹੇ ਦੇ ਵਿੱਚ ਨਾ ਇੱਕ ਮੈਂ ਤੁਹਾਨੂੰ ਪਿਛਲੀ ਲੈਕਚਰ ਦੇ ਵਿੱਚ 23 ਨੰਬਰ ਲੈਕਚਰ ਦੇ ਵਿੱਚ ਇੱਕ ਮੈਂ ਤੁਹਾਨੂੰ ਗੱਲ ਨੋਟ ਕਰਵਾ ਗਿਆ ਸੀ ਵੀ ਜਿਹੜਾ ਆਗਰੇ ਦਾ ਕਿਲ੍ਹਾ ਹੈਗਾ, ਮੈਂ ਤੁਹਾਨੂੰ ਕਹਿ ਗਿਆ ਸੀ ਸ਼ਾਹਜਹਾਂ ਨੇ ਬਣਵਾਇਆ ਹੈਗਾ। ਉਹ ਕਿਤੇ ਗਲਤੀ ਹੋ ਜਾਂਦੀ ਹੈ, ਉਹ ਮਤਲਬ ਅਕਬਰ ਨੇ ਬਣਾਇਆ ਹੋਇਆ ਹੈਗਾ। ਕਿਹਦਾ? ਆਗਰੇ ਦਾ ਕਿਲ੍ਹਾ। ਜਿਹੜਾ ਮਤਲਬ ਦਿੱਲੀ ਦਾ ਲਾਲ ਕਿਲ੍ਹਾ ਉਹ ਸ਼ਾਹਜਹਾਂ ਨੇ ਬਣਵਾਇਆ ਹੋਇਆ। ਜਿਹੜਾ ਆਗਰੇ ਵਾਲਾ ਕਿਲ੍ਹਾ ਹੈਗਾ ਉਹ ਅਕਬਰ ਨੇ ਬਣਾਇਆ ਹੋਇਆ। ਆਗਰੇ ਦੇ ਕਿਲ੍ਹੇ ਦੇ ਵਿੱਚ ਇੱਕ ਸ਼ਾਹ ਬੁਰਜ ਬਣਿਆ ਹੋਇਆ। ਸ਼ਾਹ ਬੁਰਜ ਤੋਂ ਲੈ ਕੇ ਜਮਨਾ ਨਦੀ ਦੇ ਕੰਢੇ ਤੱਕ ਇਹ ਜੰਜੀਰ ਬਣਾਈ ਹੋਈ ਸੀ। ਜਮਨਾ ਦੇ ਕੰਢੇ ਤੱਕ ਇਹ ਜੰਜੀਰ ਲੱਗੀ ਹੋਈ ਸੀ। ਇਹ 'ਤੇ ਬਹੁਤ ਸਾਰੀਆਂ ਟੱਲੀਆਂ ਲੱਗੀਆਂ ਹੋਈਆਂ ਸੀ। ਇਹ ਜਿਹੜੀ ਸੋਨੇ ਦੀ ਜੰਜੀਰ ਸੀ, ਇਹਦਾ ਮਤਲਬ ਕੀ ਸੀ ਦੋਸਤੋ? ਜਦੋਂ ਕੋਈ ਫਰਿਆਦੀ ਬਾਦਸ਼ਾਹ ਕੋਲੇ, ਜਹਾਂਗੀਰ ਦੇ ਕੋਲੇ ਆਪਣੀ ਫਰਿਆਦ ਸੁਣਾਉਣ ਆਉਂਦਾ ਤਾਂ ਉਹ ਪਹਿਲਾਂ ਇਸ ਜੰਜੀਰ ਨੂੰ ਸਣਕਾਉਂਦਾ ਜਾਂ ਹਿਲਾਉਂਦਾ ਜਾਂ ਇਹਨਾਂ ਟੱਲੀਆਂ ਨੂੰ ਖੜਕਾਉਂਦਾ, ਤਾਂ ਉਹਦੀ ਫਰਿਆਦ ਸੁਣਨ ਵਾਸਤੇ ਬਾਦਸ਼ਾਹ ਕੋਲੇ ਉਹਦਾ ਨਾਂ ਦਰਜ ਹੁੰਦਾ ਸੀ। ਇਸ ਤਰ੍ਹਾਂ ਮਤਲਬ ਇਹਨੂੰ ਨਿਆਂ ਦੀ ਜੰਜੀਰ ਦਾ ਨਾਂ ਵੀ ਦਿੱਤਾ ਗਿਆ ਸੀ। ਸੋ ਆਪਸ਼ਨ ਨੰਬਰ 2 ਸਹੀ ਸੀ ਜੀ ਪ੍ਰਸ਼ਨ ਦੇ ਅਨੁਸਾਰ। 2 ਨੰਬਰ ਪ੍ਰਸ਼ਨ ਕਰਦੇ ਹਾਂ ਜੀ। ਔਰੰਗਜ਼ੇਬ ਵਿੱਚ ਬੀਬੀ ਦਾ ਮਕਬਰਾ ਕਿਸ ਮੁਗਲ ਸ਼ਾਸਕ ਨੇ ਬਣਾਇਆ? ਔਰੰਗਾਬਾਦ ਦੇ ਵਿੱਚ। ਸੋ ਔਰੰਗਜ਼ੇਬ ਲਿਖਤਾ ਇੱਥੇ ਆਪਾਂ, ਔਰੰਗਾਬਾਦ ਲਿਖਣਾ ਸੀ। ਔਰੰਗਾਬਾਦ ਦੇ ਵਿੱਚ ਬੀਬੀ ਦਾ ਮਕਬਰਾ ਕਿਸ ਮੁਗਲ ਸ਼ਾਸਕ ਨੇ ਬਣਾਇਆ? ਪਹਿਲਾ ਪ੍ਰਸ਼ਨ ਇੱਥੋਂ ਹੀ ਕਵਰ ਹੋ ਗਿਆ ਵੀ ਬੀਬੀ ਦਾ ਮਕਬਰਾ ਕਿੱਥੇ ਹੈ? ਔਰੰਗਾਬਾਦ ਦੇ ਵਿੱਚ। ਕਿਹਨੇ ਬਣਵਾਇਆ? ਔਰੰਗਜ਼ੇਬ ਨੇ, ਅਕਬਰ ਨੇ, ਜਹਾਂਗੀਰ ਨੇ ਜਾਂ ਹੁਮਾਯੂੰ ਨੇ? ਇਹ ਬਣਾਇਆ ਸੀ ਜੀ ਔਰੰਗਜ਼ੇਬ ਨੇ ਬੀਬੀ ਦਾ ਮਕਬਰਾ। ਇਹ ਮਕਬਰੇ ਦੀ ਇੱਕ ਖਾਸੀਅਤ ਹੈ ਦੋਸਤੋ, ਇਹ ਨਾ ਬਿਲਕੁਲ ਤਾਜ ਮਹਿਲ ਦੀ ਨਕਲ ਦਾ ਹੈਗਾ। ਤਾਜ ਮਹਿਲ ਦੀ ਨਕਲ ਬਣਾਈ ਹੋਈ ਹੈ ਇਹ। ਤਾਜ ਮਹਿਲ ਬਣਾਇਆ ਸੀ ਸ਼ਾਹਜਹਾਂ ਨੇ, ਦੇਖੋ ਹੈ ਨਾ, ਤਾਜ ਮਹਿਲ ਵਰਗਾ ਹੀ ਹੈ ਮਤਲਬ ਕਹਿ ਸਕਦੇ ਹਾਂ ਆਪਾਂ। ਪਹਿਲਾਂ ਦੇਖੋ ਸ਼ਾਹਜਹਾਂ ਸੀਗਾ ਔਰੰਗਜ਼ੇਬ ਦਾ ਫਾਦਰ ਸਾਹਿਬ, ਉਹਨਾਂ ਨੇ ਤਾਜ ਮਹਿਲ ਬਣਾਇਆ। ਫਿਰ ਔਰੰਗਜ਼ੇਬ ਨੇ ਉਹਦੀ ਨਕਲ ਦਾ, ਇੱਕ ਤਾਜ ਮਹਿਲ ਦੀ ਨਕਲ ਦਾ ਮਤਲਬ ਬੀਬੀ ਦਾ ਮਕਬਰਾ ਬਣਾਇਆ। ਅਤੇ ਬੀਬੀ ਦਾ ਮਕਬਰਾ ਕਿੱਥੇ ਆ? ਮਹਾਰਾਸ਼ਟਰ ਦੇ ਵਿੱਚ ਹੈ। ਇਹ ਇੱਥੇ ਨਾ ਕਾਲੇ ਸੰਗਮਰਮਰ ਦੀ ਵਰਤੋਂ ਕੀਤੀ ਹੋਈ ਹੈ। ਇਹੀ ਪ੍ਰਸ਼ਨ ਜ਼ਿਆਦਾਤਰ ਪੁੱਛਿਆ ਗਿਆ, ਜਿਹੜਾ ਵੀ ਔਰੰਗਾਬਾਦ ਦੇ ਵਿੱਚ ਬੀਬੀ ਦਾ ਮਕਬਰਾ ਬਣਿਆ ਹੋਇਆ, ਉੱਥੇ ਕਿਸ ਤਰ੍ਹਾਂ ਦੇ ਪੱਥਰ ਦੀ ਵਰਤੋਂ ਕੀਤੀ ਹੈ? ਕਾਲੇ ਸੰਗਮਰਮਰ ਦੀ। ਸੋ ਆਪਸ਼ਨ ਨੰਬਰ 1 ਸਹੀ ਜੀ ਪ੍ਰਸ਼ਨ ਦੇ ਅਨੁਸਾਰ। 3 ਨੰਬਰ ਪ੍ਰਸ਼ਨ ਕਰਦੇ ਹਾਂ ਦੋਸਤੋ। ਜਿੰਦਾ ਪੀਰ ਕਿਸ ਮੁਗਲ ਸ਼ਾਸਕ ਨੂੰ ਕਿਹਾ ਜਾਂਦਾ ਹੈ? ਔਰੰਗਜ਼ੇਬ ਨੂੰ, ਅਕਬਰ ਨੂੰ, ਜਹਾਂਗੀਰ ਨੂੰ ਜਾਂ ਹੁਮਾਯੂੰ ਨੂੰ? ਸੋ ਜਿੰਦਾ ਪੀਰ ਕਿਹਾ ਜਾਂਦਾ ਜੀ ਔਰੰਗਜ਼ੇਬ ਨੂੰ। ਕਿਉਂ ਕਿਹਾ ਜਾਂਦਾ ਹੈ? ਇਹਨੂੰ ਸ਼ਾਹੀ ਦਰਵੇਸ਼ ਵੀ ਕਿਹਾ ਜਾਂਦਾ, ਸ਼ਾਹੀ ਦਰਵੇਸ਼ ਬਾਦਸ਼ਾਹ। ਸੋ ਇਹ ਸਾਦਾ ਜੀਵਨ ਬਤੀਤ ਕਰਦਾ ਸੀ, ਇਹ ਬੰਦਾ ਸਾਦਾ ਜੀਵਨ ਬਤੀਤ ਕਰਦਾ ਸੀ, ਤਾਂ ਹੀ ਇਹਨੂੰ ਜਿੰਦਾ ਪੀਰ ਮਤਲਬ ਜਾਂ ਮੁਗਲ ਦਰਵੇਸ਼ ਫਕੀਰ ਕਿਹਾ ਜਾਂਦਾ। ਆਪਸ਼ਨ ਨੰਬਰ 1 ਸਹੀ ਹੈ ਜੀ। 4 ਨੰਬਰ ਪ੍ਰਸ਼ਨ ਕਰੀਏ। ਔਰੰਗਜ਼ੇਬ ਦਾ ਸਭ ਤੋਂ ਵੱਧ ਕੱਟੜ ਦੁਸ਼ਮਣ ਕੌਣ ਸੀ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ।
ਔਰੰਗਜ਼ੇਬ ਦਾ ਕੱਟੜ ਦੁਸ਼ਮਣ ਕੌਣ ਸੀ? ਸ਼ਿਵਾਜੀ, ਦਾਰਾ ਸ਼ਿਕੋ, ਜਹਾਂਗੀਰ, ਗੁਰੂ ਗੋਬਿੰਦ ਸਿੰਘ। ਸੋ ਇਹਦਾ ਬਹੁਤ ਕੱਟੜ ਦੁਸ਼ਮਣ ਜਿਹਨੇ ਇਸ ਦੇ ਨਾਲ ਬੜੀ ਵੱਡੀ ਟੱਕਰ ਲਈ ਹੋਈ ਸੀ, ਜਿਸ ਦੇ ਨਾਲ ਇਹਨੇ ਬਹੁਤ ਸਾਰੀਆਂ ਸੰਧੀਆਂ ਕਰਨੀਆਂ ਪਈਆਂ ਇਹਨੂੰ, ਹੈ ਨਾ, ਉਹ ਸ਼ਿਵਾਜੀ ਸੀ। ਮਰਾਠਾ ਸ਼ਿਵਾਜੀ, ਮਰਾਠੇ ਨਹੀਂ ਹੈਗੇ, ਹੈ ਨਾ, ਉਹਨਾਂ ਦੇ ਬਾਰੇ ਆਪਾਂ ਪੜ੍ਹਾਂਗੇ ਅੱਗੇ, ਪ੍ਰੋਪਰ ਉਹਨਾਂ ਦੀ ਡਿਟੇਲ ਪੜ੍ਹਾਂਗੇ। ਸ਼ਿਵਾਜੀ ਜਿਨ੍ਹਾਂ ਦਾ ਬੇਟਾ ਸੀਗਾ ਗਾਹਾਂ ਸੰਭਾਜੀ, ਹੈ ਨਾ। ਸੋ ਇਹਨਾਂ ਦੇ ਨਾਲ ਇਹਨਾਂ ਨੇ ਟੱਕਰ ਲਈ ਸੀਗੀ। ਇਹਨਾਂ ਦਾ ਪੁੱਤਰ ਸੰਭਾਜੀ ਸੀ। ਅਤੇ ਇਹ ਮਤਲਬ ਇਹਨਾਂ ਨੇ ਮਤਲਬ ਨਾ ਬਹੁਤ ਸਾਰੇ ਖੇਤਰ 'ਤੇ ਆਪਣਾ ਇੱਕ ਅਧਿਕਾਰ ਕੀਤਾ ਹੋਇਆ ਸੀ, ਆਪਣਾ ਸਾਮਰਾਜ ਸਥਾਪਿਤ ਕੀਤਾ ਹੋਇਆ ਸੀ ਮਰਾਠਿਆਂ ਨੇ। ਸੋ ਔਰੰਗਜ਼ੇਬ ਨੂੰ ਬਹੁਤ ਟੱਕਰ ਦਿੰਦੇ ਸੀਗੇ ਇਹ। ਆਪਸ਼ਨ ਨੰਬਰ 1 ਸਹੀ ਹੈ ਜੀ। 5 ਨੰਬਰ ਪ੍ਰਸ਼ਨ, 1658 ਈਸਵੀ ਵਿੱਚ ਸ਼ਾਮੂਗੜ੍ਹ ਦੀ ਲੜਾਈ ਕਿਸ ਵਿਚਕਾਰ ਹੋਈ? ਔਰੰਗਜ਼ੇਬ ਅਤੇ ਮੁਰਾਦ ਦੀ ਦਾਰਾ ਨਾਲ, ਦਾਰਾ ਅਤੇ ਮੁਰਾਦ ਦੀ ਔਰੰਗਜ਼ੇਬ ਨਾਲ, ਔਰੰਗਜ਼ੇਬ ਅਤੇ ਦਾਰਾ ਦੀ ਮੁਰਾਦ ਨਾਲ, ਸਿਰਫ ਮੁਰਾਦ ਅਤੇ ਦਾਰਾ ਵਿਚਕਾਰ। ਸੋ ਦੋਸਤੋ ਥੋੜ੍ਹਾ ਜਿਹਾ ਇੱਥੇ ਤੁਸੀਂ ਉਲਝ ਗਏ ਹੋਵੋਗੇ ਵੀ ਇਹ ਮੁਰਾਦ ਦਾਰਾ ਇਹ ਕੀ ਹੈ, ਹੈ ਨਾ। ਆਪਾਂ ਥੋੜ੍ਹਾ ਜਿਹਾ ਨਾ ਵਿੱਚ ਤੁਹਾਨੂੰ ਸ਼ਾਹਜਹਾਂ ਬਾਰੇ ਥੋੜ੍ਹਾ ਜਿਹਾ ਘੱਟ ਪੜ੍ਹਾਇਆ ਹੈਗਾ। ਸ਼ਾਹਜਹਾਂ ਬਾਰੇ ਥੋੜ੍ਹੀ ਡਿਟੇਲ ਦੇ ਦਈਏ ਤਾਂ ਜੇ ਤੁਸੀਂ ਇਹ ਡਿਟੇਲ ਸੁਣੋਗੇ ਫਿਰ ਤੁਹਾਨੂੰ ਇਹ ਪ੍ਰਸ਼ਨ ਮਤਲਬ ਸਮਝ 'ਚ ਆ ਜਾਊਗਾ। ਆਪਾਂ ਥੋੜ੍ਹਾ ਜਿਹਾ ਸ਼ਾਹਜਹਾਂ ਬਾਰੇ ਦੱਸਦੇ ਹਾਂ ਇੱਥੇ। ਸ਼ਾਹਜਹਾਂ ਸੀ ਜਿਹੜਾ, ਦੇਖੋ, ਜਹਾਂਗੀਰ ਦਾ ਮੁੰਡਾ ਸ਼ਾਹਜਹਾਂ, ਔਰੰਗਜ਼ੇਬ ਦਾ ਪਿਤਾ ਜੀ ਜਿਹੜਾ ਔਰੰਗਜ਼ੇਬ ਆਪਾਂ ਪੜ੍ਹ ਰਹੇ ਹਾਂ, ਅਤੇ ਜਹਾਂਗੀਰ ਦਾ ਇਹ ਬੇਟਾ ਸੀ। ਸ਼ਾਹਜਹਾਂ ਇਹੋ ਜਿਹਾ ਕਰੈਕਟਰ ਸੀਗਾ ਵੀ ਮਤਲਬ ਇਹਨੇ ਆਪਣੇ ਨਾ ਸਾਮਰਾਜ ਦੇ ਵਿੱਚ ਨਿਰਮਾਣ ਕਲਾ ਨੂੰ ਬੜਾ ਉਤਸ਼ਾਹਿਤ ਕੀਤਾ, ਬਹੁਤ ਸਾਰੀਆਂ ਬਿਲਡਿੰਗਾਂ ਬਣਾਈਆਂ ਸੀ। ਇਸ ਦੇ 14 ਬੱਚੇ ਸੀਗੇ, ਧਿਆਨ ਰੱਖਿਓ, 14 ਬੱਚੇ ਸੀ ਇਹਦੇ। 14 ਦੇ ਵਿੱਚੋਂ 7 ਜਿਉਂਦੇ ਰਹੇ, ਬਾਕੀ ਦੀ ਡੈਥ ਹੋ ਗਈ ਸੀ ਬਚਪਨ ਦੇ ਵਿੱਚ ਹੀ, ਜਨਮ ਵੇਲੇ ਹੀ। 7 ਦੇ ਵਿੱਚੋਂ 4 ਪੁੱਤਰ ਸੀਗੇ ਅਤੇ 3 ਪੁੱਤਰੀਆਂ ਸੀ। ਟੋਟਲ 14, 7 ਰਹਿ ਗਏ, 7 ਮਰ ਗਏ। 7 ਦੇ ਵਿੱਚੋਂ ਜਹਾਂ 4 ਪੁੱਤਰ 3 ਪੁੱਤਰੀਆਂ। ਹੁਣ ਇਹ ਜਿਹੜੇ ਚਾਰ ਪੁੱਤਰ ਸੀਗੇ ਇਹਨਾਂ ਦੇ ਆਪਾਂ ਤੁਹਾਨੂੰ ਨਾਂ ਨੋਟ ਕਰਾਉਣੇ ਆ। ਇੱਕ ਤਾਂ ਸੀਗਾ ਇੱਕ ਤਾਂ ਸੀ ਦਾਰਾ ਸ਼ਿਕੋ, ਇੱਕ ਸੀ ਮੁਰਾਦ ਮਤਲਬ ਮੁਰਾਦ ਸ਼ਾਹ ਸੀਗਾ, ਇੱਕ ਔਰੰਗਜ਼ੇਬ ਹੋ ਗਿਆ ਜਿਹੜਾ ਇੱਕ ਬਾਦਸ਼ਾਹ ਬਣਿਆ, ਇੱਕ ਸ਼ਾਹ ਸ਼ੁਜਾ ਸੀ। ਹੁਣ ਇੱਥੇ ਇਹ ਸਾਰਿਆਂ ਦੇ ਨਾਂ ਆਉਂਦੇ ਨੇ ਇਸ ਪ੍ਰਸ਼ਨ ਦੇ ਵਿੱਚ। ਇਹਨਾਂ ਦੇ ਵਿੱਚੋਂ ਸ਼ਾਹਜਹਾਂ ਦੀ ਮੌਤ ਜਦੋਂ ਹੋ ਗਈ ਸੀਗੀ, ਮਤਲਬ ਉਸ ਤੋਂ ਬਾਅਦ ਦਾਰਾ ਸ਼ਿਕੋ ਇਹਦਾ ਮਤਲਬ ਨਾ ਉੱਤਰਾਧਿਕਾਰੀ ਬਣਾਇਆ ਸੀ ਸ਼ਾਹਜਹਾਂ ਨੇ। ਪਰ ਇਹਨਾਂ ਦੇ ਵਿੱਚ ਭਰਾਵਾਂ ਦੇ ਵਿੱਚ ਆਪਸੀ ਲੜਾਈ ਹੁੰਦੀ ਰਹੀ ਚਾਰਾਂ ਦੇ ਵਿੱਚ। ਜਦੋਂ ਮਤਲਬ ਜਹਾਂਗੀਰ ਦੀ ਮੌਤ ਦੇਖੋ 1627 ਹੋ ਗਈ, ਉਦੋਂ ਬਾਅਦ ਸ਼ਾਹਜਹਾਂ ਰਾਜਾ ਬਣਿਆ। ਸ਼ਾਹਜਹਾਂ ਦੀ ਡੈਥ ਤਾਂ ਨਹੀਂ ਹੋਈ ਪਰ ਉਹ ਬਿਮਾਰ ਹੋ ਗਿਆ। ਬਿਮਾਰ ਹੋਇਆ 1658 ਈਸਵੀ ਦੇ ਵਿੱਚ। ਥੋੜ੍ਹਾ ਜਿਹਾ ਧਿਆਨ ਰੱਖਿਓ, ਡਿਟੇਲ 'ਚ ਲਿਖਿਓ। 1658 ਦੇ ਵਿੱਚ ਜਦੋਂ ਬਿਮਾਰ ਹੋ ਗਿਆ ਸ਼ਾਹਜਹਾਂ, ਤਾਂ ਉਦੋਂ ਜਿਹੜਾ ਸਾਮਰਾਜ ਸੰਭਾਲਣਾ ਸੀ ਉਹ ਸੰਭਾਲਣ ਦੇ ਲਈ 4 ਭਰਾਵਾਂ ਦੇ ਵਿੱਚ ਲੜਾਈ ਸ਼ੁਰੂ ਹੋ ਗਈ ਵੀ ਮੈਂ ਬਾਦਸ਼ਾਹ ਬਣੂੰਗਾ। ਅਤੇ ਸ਼ਾਹਜਹਾਂ ਚਾਹੁੰਦਾ ਸੀ ਵੀ ਦਾਰਾ ਸ਼ਿਕੋ ਬਣੇ, ਦਾਰਾ ਸ਼ਿਕੋ ਹੈ ਜਿਹੜਾ ਇਹ ਵੀ ਰਾਜਾ ਬਣੇ। ਉਹ ਬਿਮਾਰੀ ਦੇ ਹੁੰਦੇ ਹੋਏ ਵੀ ਐਂ ਕਹਿੰਦਾ ਸੀ, ਮਤਲਬ ਇਹਦੀ ਦਾਰਾ ਸ਼ਿਕੋ ਦਾ ਪੱਖ ਲੈਂਦਾ ਸੀਗਾ ਸ਼ਾਹਜਹਾਂ ਬਿਮਾਰ ਹੋਣ ਦੇ ਬਾਵਜੂਦ। ਕਾਰਨ ਕੀ ਸੀਗਾ ਵੀ ਦਾਰਾ ਸ਼ਿਕੋ ਨੂੰ ਲੱਗਦਾ ਸੀ ਵੀ ਇਹ ਚੰਗਾ ਬੰਦਾ ਹੈ ਅਤੇ ਰਾਜ ਭਾਗ ਨੂੰ ਸੰਭਾਲ ਲੂਗਾ। ਔਰੰਗਜ਼ੇਬ, ਸ਼ਾਹ ਸ਼ੁਜਾ ਅਤੇ ਮੁਰਾਦ ਹੈਗਾ ਸੀ ਜਿਹੜਾ, ਉਹ ਚਾਹੁੰਦੇ ਸੀਗੇ ਵੀ ਸਾਨੂੰ ਰਾਜ ਮਿਲੇ। ਅਤੇ ਇਹਨਾਂ 'ਚ ਭਰਾਵਾਂ 'ਚ ਆਪਸੀ ਲੜਾਈ ਹੋਈ ਗਈ, ਜਿਹਦੇ ਵਿੱਚ ਇੱਕ ਲੜਾਈ ਹੋਈ ਸੀ 1658 ਦੇ ਵਿੱਚ ਹੀ, ਸ਼ਾਮੂਗੜ੍ਹ ਦੀ ਲੜਾਈ। ਸ਼ਾਮੂਗੜ੍ਹ ਦੀ ਲੜਾਈ 3 ਬੰਦਿਆਂ ਦੇ ਵਿਚਕਾਰ ਹੋਈ। ਆਪਸ਼ਨ ਨੰਬਰ ਪ੍ਰਸ਼ਨ ਦਾ 1 ਸਹੀ ਹੋ ਜਾਊਗਾ। ਔਰੰਗਜ਼ੇਬ, ਮੁਰਾਦ ਅਤੇ ਦਾਰਾ। ਇਹਨਾਂ ਲੜਾਈਆਂ ਦੇ ਵਿੱਚ ਹੌਲੀ ਹੌਲੀ ਲੜਾਈਆਂ ਤਾਂ ਕਾਫੀ ਹੋਈਆਂ ਇਹਨਾਂ ਦੀਆਂ ਉਸ ਟਾਈਮ ਦੇ ਵਿੱਚ ਹੀ, 2-3 ਸਾਲਾਂ ਦੇ ਵਿੱਚ ਹੀ। ਮਤਲਬ ਇਹਨਾਂ ਸਾਰੀਆਂ ਲੜਾਈਆਂ ਦੇ ਵਿੱਚੋਂ 1 ਨੰਬਰ 'ਤੇ ਨਿਕਲਿਆ ਆ ਔਰੰਗਜ਼ੇਬ, ਜਿਹੜਾ ਸਾਰਿਆਂ ਨੂੰ ਕਿਵੇਂ ਨਾ ਕਿਵੇਂ ਜਾਂ ਤਾਂ ਹਰਾ ਗਿਆ ਜਾਂ ਕਿਸੇ ਨੂੰ ਠਿੱਬੀ ਲਾ ਗਿਆ। ਔਰੰਗਜ਼ੇਬ ਨੇ ਫਿਰ ਮਤਲਬ ਸ਼ਾਹਜਹਾਂ ਨੂੰ ਗ੍ਰਿਫਤਾਰ ਕਰ ਲਿਆ। ਆਪਣੇ ਫਾਦਰ ਸਾਹਿਬ ਨੂੰ, ਕਹਾਣੀ ਸੁਣਨ ਵਾਲੀ ਆ, ਆਪਣੇ ਫਾਦਰ ਸਾਹਿਬ ਨੂੰ ਕੈਦ ਕਰ ਲਿਆ 1658 ਦੇ ਵਿੱਚ। ਆਗਰੇ ਦੇ ਕਿਲ੍ਹੇ ਦੇ ਵਿੱਚ ਕੈਦ ਕਰਕੇ ਰੱਖਿਆ। 8 ਸਾਲ ਸ਼ਾਹਜਹਾਂ ਆਪਣੇ ਬੇਟੇ ਦੀ ਕੈਦ ਦੇ ਵਿੱਚ ਰਿਹਾ। 1666 ਦੇ ਵਿੱਚ ਜਾ ਕੇ ਉਹਦੀ ਮੌਤ ਹੁੰਦੀ ਆ ਸ਼ਾਹਜਹਾਂ ਦੀ। ਸੋ ਇਹ ਕਹਾਣੀ ਬਣਦੀ ਸੀ, ਤਾਂਹੀਓ ਇਹ ਪ੍ਰਸ਼ਨ ਦੇ ਬਾਰੇ ਤੁਹਾਨੂੰ ਦੱਸਣਾ ਬਣਦਾ ਸੀ ਮੇਰਾ। ਔਰੰਗਜ਼ੇਬ ਅਤੇ ਮੁਰਾਦ ਦੀ ਦਾਰਾ ਨਾਲ। ਆਪਸ਼ਨ ਨੰਬਰ 1 ਸਹੀ ਹੈ। ਇਹ ਭਰਾ ਸੀਗੇ ਚਾਰੇ। ਇਹਨਾਂ ਦੇ ਵਿੱਚੋਂ ਸ਼ਾਹ ਸ਼ੁਜਾ ਦਾ ਨਾਂ ਜੇ ਇੱਕ ਆਪਾਂ ਹੋਰ ਜੋੜ ਦਈਏ ਤਾਂ ਇਹ ਚਾਰੇ ਬਣ ਗਏ ਇੱਥੇ। ਔਰੰਗਜ਼ੇਬ, ਮੁਰਾਦ, ਦਾਰਾ ਸ਼ਿਕੋ ਅਤੇ ਸ਼ਾਹ ਸ਼ੁਜਾ, ਇਹ ਚਾਰੇ ਭਰਾ ਸੀਗੇ ਸ਼ਾਹਜਹਾਂ ਦੇ ਬੇਟੇ। ਸੋ ਆਪਸ਼ਨ ਨੰਬਰ 1 ਸਹੀ ਸੀ। 6 ਨੰਬਰ ਪ੍ਰਸ਼ਨ ਕਰਦੇ ਹਾਂ। ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਸ਼ਾਹਜਹਾਂ ਦਾ ਪੁੱਤਰ ਨਹੀਂ ਸੀ? ਸੋ ਹੁਣ ਮੈਂ ਕਿੰਨੀ ਕਹਾਣੀ ਤੁਹਾਨੂੰ ਦੱਸ ਕੇ ਚੁੱਕਿਆ, ਇਹਦੇ ਵਿੱਚੋਂ ਤੁਸੀਂ ਲੱਭ ਸਕਦੇ ਹੋ। ਦਾਰਾ ਸ਼ਿਕੋ ਹੈਗਾ ਸੀ, ਇਹਦੇ ਨਾਲ ਸ਼ਿਕੋ ਲਿਖ ਸਕਦੇ ਹੋ ਤੁਸੀਂ, ਦਾਰਾ ਸ਼ਿਕੋ
शाह शुजा, औरंगजेब, सलीम नहीं सीगा। ऑप्शन नंबर 4 ਲੱਭ ਗਿਆ ਆਪਾਂ ਨੂੰ। ਇਹ ਸ਼ਾਹਜਹਾਂ ਦਾ ਪੁੱਤਰ ਨਹੀਂ ਸੀ ਜੀ। 7 ਨੰਬਰ ਪ੍ਰਸ਼ਨ ਕਰਦੇ ਆ। ਔਰੰਗਜ਼ੇਬ ਨੇ ਆਪਣੇ ਪਿਤਾ ਸ਼ਾਹਜਹਾਂ ਨੂੰ 8 ਜੂਨ 1658 ਈਸਵੀ ਵਿੱਚ ਕਿਸ ਕਿਲੇ ਵਿੱਚ ਕੈਦ ਕੀਤਾ? ਮੈਂ ਦੱਸ ਚੁੱਕਿਆ ਤੁਹਾਨੂੰ, ਆਗਰਾ ਦੇ ਕਿਲੇ ਦੇ ਵਿੱਚ। ਆਗਰਾ ਦੇ ਕਿਲੇ ਵਿੱਚ ਕੈਦ ਕਰਕੇ ਰੱਖਿਆ ਸੀ। 8 ਨੰਬਰ ਪ੍ਰਸ਼ਨ ਜੀ, ਸ਼ਾਹਜਹਾਂ ਦੀ ਮੌਤ ਕਦੋਂ ਹੋਈ? 66 ਦੇ ਵਿੱਚ ਹੋਈ ਸੀ, ਮੈਂ ਦੱਸ ਚੁੱਕਿਆ। ਪ੍ਰੋਪਰ ਡੇਟ ਕੀ ਹੈ? 22 ਜਨਵਰੀ 1666 ਦੇ ਵਿੱਚ ਆਗਰਾ ਦੇ ਕਿਲੇ ਦੇ ਵਿੱਚ ਸ਼ਾਹਜਹਾਂ ਨੂੰ ਉਹਦੇ ਹੀ ਬੇਟੇ ਔਰੰਗਜ਼ੇਬ ਨੇ 8 ਸਾਲ ਕੈਦ ਕਰਕੇ ਰੱਖਿਆ। 8 ਸਾਲ। ਫਿਰ ਉਹਦੀ 1666 ਦੇ ਵਿੱਚ ਮੌਤ ਹੁੰਦੀ ਹੈ ਜਾ ਕੇ। ਸੋ 9 ਨੰਬਰ ਪ੍ਰਸ਼ਨ, ਰਾਮਚਰਿਤ ਮਾਨਸ ਕਿਸ ਦੀ ਰਚਨਾ ਹੈ? ਤੁਲਸੀਦਾਸ ਦੀ, ਸੂਰਦਾਸ ਦੀ, ਬਾਣ ਭੱਟ ਦੀ ਜਾਂ ਅਬੁਲ ਫਜ਼ਲ ਦੀ? ਸੋ ਰਾਮਚਰਿਤ ਮਾਨਸ ਜਿਹੜੀ ਰਚਨਾ ਲਿਖੀ ਹੋਈ ਹੈ ਇਹ ਤੁਲਸੀਦਾਸ ਦੀ ਰਚਨਾ ਜੀ। ਦੇਖੋ ਅਬੁਲ ਫਜ਼ਲ ਸੀ ਜਿਹੜਾ ਹੈ ਨਾ, ਇਹ ਉਹਦਾ ਸੀਗਾ ਅਕਬਰ ਦਾ ਸੀਗਾ, ਮਤਲਬ 9 ਰਤਨਾਂ ਦੇ ਵਿੱਚੋਂ ਇੱਕ ਰਤਨ ਸੀ। ਅਤੇ ਇਹਨੇ ਆਇਨ ਅਕਬਰੀ ਲਿਖੀ ਸੀ। ਬਾਣ ਭੱਟ ਨੇ ਕਤੰਬਰੀ ਲਿਖੀ ਸੀਗੀ। ਇਹ ਆਪਾਂ ਤੁਹਾਨੂੰ ਪਹਿਲਾਂ ਦੱਸੇ ਹੋਏ ਨੇ ਸਾਰੇ। ਤੁਲਸੀਦਾਸ ਨੇ ਰਾਮਚਰਿਤ ਮਾਨਸ ਦੀ ਰਚਨਾ ਕੀਤੀ ਸੀ। ਆਪਸ਼ਨ ਨੰਬਰ 1 ਸਹੀ ਹੈ ਪ੍ਰਸ਼ਨ ਦੇ ਅਨੁਸਾਰ। 10 ਨੰਬਰ ਪ੍ਰਸ਼ਨ ਜੀ, ਅਬੁਲ ਫਜ਼ਲ ਦਾ ਕਤਲ ਕਿਸ ਨੇ ਕੀਤਾ? ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। ਕਈ ਵਾਰ ਅਸੀਂ ਇਹ ਗੱਲਾਂ 'ਤੇ ਧਿਆਨ ਨਹੀਂ ਦਿੰਦੇ ਇਹ, ਅਤੇ ਇਹ ਪ੍ਰਸ਼ਨ ਪੁੱਛਿਆ ਗਿਆ ਪਹਿਲਾਂ। ਵੀਰ ਸਿੰਘ ਬੰਦੇਲਾ, ਸਲੀਮ, ਔਰੰਗਜ਼ੇਬ, ਟੋਡਰਮੱਲ। ਸਲੀਮ ਦੇਖੋ ਜਹਾਂਗੀਰ ਦਾ ਨਾਂ ਗਾ, ਜਿਹੜਾ ਉਹਦਾ ਮੁੱਢਲਾ ਨਾਂ ਸੀ। ਜਹਾਂਗੀਰ ਦਾ ਬੇਟਾ ਆ ਗਿਆ ਸੀ ਸ਼ਾਹਜਹਾਂ, ਸ਼ਾਹਜਹਾਂ ਦਾ ਬੇਟਾ ਇੱਥੇ ਔਰੰਗਜ਼ੇਬ ਆ ਗਿਆ। ਟੋਡਰਮੱਲ ਕੌਣ ਸੀ? ਅਕਬਰ ਦੇ ਰਾਜ ਮਹਿਲ ਦੇ ਵਿੱਚ ਰਹਿੰਦਾ ਸੀਗਾ। ਟੋਡਰਮੱਲ ਨੇ ਸੰਪਤੀ, ਭੂਮੀ ਕਹਿ ਲਓ, ਭੂਮੀ ਜ਼ਮੀਨ ਦੇ ਸੁਧਾਰ ਵਾਸਤੇ ਬਹੁਤ ਸਾਰੇ ਕੰਮ ਕੀਤੇ ਸੀ। ਵੀਰ ਸਿੰਘ ਬੰਦੇਲਾ ਨੇ ਅਬੁਲ ਫਜ਼ਲ ਦਾ ਕਤਲ ਕੀਤਾ ਸੀ। ਇਹ ਕੌਣ ਸੀ? ਸਲੀਮ ਦਾ ਇਹ ਮਿੱਤਰ ਸੀਗਾ, ਜਹਾਂਗੀਰ ਦਾ ਮਿੱਤਰ ਸੀ। ਵੀਰ ਸਿੰਘ ਬੰਦੇਲਾ ਨੂੰ ਕਹਿ ਕੇ ਜਹਾਂਗੀਰ ਨੇ, ਸਲੀਮ ਨੇ ਮਤਲਬ ਅਬੁਲ ਫਜ਼ਲ ਦਾ ਕਤਲ ਕਰਾ ਦਿੱਤਾ। ਕਾਰਨ ਕੀ ਸੀ? ਅਬੁਲ ਫਜ਼ਲ ਦੇਖੋ ਅਕਬਰ ਦੇ ਬਹੁਤ ਨੇੜੇ ਸੀ, ਤਾਂ ਮਤਲਬ ਨਾ ਇਹ ਚੁੱਭਦਾ ਸੀ ਇਹਨੂੰ, ਜਹਾਂਗੀਰ ਨੂੰ ਇਹ ਚੁੱਭਦਾ ਸੀ, ਬੰਦਾ ਚੰਗਾ ਨਹੀਂ ਲੱਗਦਾ ਸੀ। ਸੋ ਇਹ ਇੰਟਰਫੇਅਰ ਕਰਦਾ ਸੀ ਉਹਦੇ ਰਾਜ ਦੇ ਵਿੱਚ। ਵੀਰ ਸਿੰਘ ਬੰਦੇਲਾ ਨੂੰ ਕਹਿ ਕੇ ਇਹਦੀ ਗਰਦਨ ਕਟਵਾ ਦਿੱਤੀ ਸੀ, ਕਤਲ ਕਰ ਦਿੱਤਾ ਸੀ। ਆਪਸ਼ਨ ਨੰਬਰ 1 ਸਹੀ ਹੈ ਜੀ। ਸੋ 11 ਨੰਬਰ ਪ੍ਰਸ਼ਨ ਦੋਸਤੋ, ਔਰੰਗਜ਼ੇਬ ਨੇ ਕਿਹੜੀ ਉਪਾਧੀ ਧਾਰਨ ਕੀਤੀ? ਸ਼ਾਹ ਆਲਮ ਦੀ, ਆਲਮਗੀਰ ਦੀ, ਸੁਲਤਾਨ ਔਰੰਗਜ਼ੇਬ, ਬਾਦਸ਼ਾਹ ਗਾਜੀ। ਸੋ ਇਹਨੇ ਆਲਮਗੀਰ ਦੀ ਉਪਾਧੀ ਧਾਰਨ ਕੀਤੀ ਸੀ ਦੋਸਤੋ। ਇੱਕ ਗੱਲ ਯਾਦ ਰੱਖਿਓ, ਔਰੰਗਜ਼ੇਬ ਦਾ 2 ਵਾਰ ਰਾਜ ਤਿਲਕ ਹੋਇਆ ਸੀ। 2 ਵਾਰ ਰਾਜ ਤਿਲਕ ਹੋਇਆ। ਦੂਸਰੀ ਵਾਰ ਰਾਜ ਤਿਲਕ ਹੋਇਆ ਤਾਂ ਉਹਨੂੰ ਇਹਨੇ ਆਲਮਗੀਰ ਦੀ ਉਪਾਧੀ ਧਾਰਨ ਕੀਤੀ ਸੀ। 12 ਨੰਬਰ ਪ੍ਰਸ਼ਨ ਜੀ, ਔਰੰਗਜ਼ੇਬ ਨੇ ਕਿਸ ਸਿੱਖ ਗੁਰੂ ਨੂੰ 1675 ਈਸਵੀ ਵਿੱਚ ਤਸੀਹੇ ਦੇ ਕੇ ਸ਼ਹੀਦ ਕਰਵਾਇਆ? ਇਹ ਪ੍ਰਸ਼ਨ ਤੁਸੀਂ ਜਾਣਦੇ ਹੋ ਸਾਰੇ। ਸ੍ਰੀ ਗੁਰੂ ਤੇਗ ਬਹਾਦਰ ਜੀ, ਉਹਨਾਂ ਨੂੰ ਮਤਲਬ ਔਰੰਗਜ਼ੇਬ ਜੀ ਨੇ ਸ਼ਹੀਦ ਕਰਵਾ ਦਿੱਤਾ ਸੀ 1675 ਦੇ ਵਿੱਚ। ਸੋ ਆਪਸ਼ਨ ਨੰਬਰ ਇੱਥੇ ਆਪਣਾ ਹੋਊਗਾ 2 ਨੰਬਰ ਆਪਸ਼ਨ ਸਹੀ ਹੈ। 13 ਨੰਬਰ ਪ੍ਰਸ਼ਨ ਕਰਦੇ ਹਾਂ ਜੀ, ਔਰੰਗਜ਼ੇਬ ਦੇ ਵਿਰੁੱਧ 1678 ਈਸਵੀ ਵਿੱਚ ਵਿਦਰੋਹ ਕਰਨ ਵਾਲਾ ਰਾਜਪੂਤ ਲੀਡਰ ਕੌਣ ਸੀ? ਮਰਾਠਿਆਂ ਬਾਰੇ ਪੜ੍ਹਿਆ ਆਪਾਂ, ਸਿੱਖਾਂ ਬਾਰੇ ਪੜ੍ਹਿਆ। ਰਾਜਪੂਤਾਂ ਦੇ ਵਿੱਚੋਂ ਕਿਹੜਾ ਸੀ? ਦੁਰਗਾ ਦਾਸ ਸੀ, ਮਹਾਰਾਣਾ ਅਮਰ ਸਿੰਘ ਸੀ, ਮਹਾਰਾਣਾ ਉਦੈ ਸਿੰਘ, ਮਹਾਰਾਣਾ ਪ੍ਰਤਾਪ ਸਿੰਘ। ਸੋ ਜਿਹੜਾ ਮਤਲਬ 1658 ਦੇ ਵਿੱਚ ਵਿਦਰੋਹ ਕੀਤਾ ਜਿਹੜੇ ਨੇ, ਉਹ ਕੌਣ ਸੀ? ਦੁਰਗਾ ਦਾਸ ਸੀਗਾ ਜੀ। ਔਰੰਗਜ਼ੇਬ ਦੇ ਵਿਰੁੱਧ ਇਹਨੇ ਕਰਿਆ ਸੀ। ਜਿਹੜਾ ਮਹਾਰਾਣਾ ਪ੍ਰਤਾਪ ਹੈ ਇਹਦੇ ਬਾਰੇ ਆਪਾਂ ਇਹ ਦੇਖੋ, ਇਹਦੀ ਹਲਦੀ ਘਾਟੀ ਦਾ ਯੁੱਧ ਹੈ ਨਾ, ਉਹ ਯੁੱਧ ਮਸ਼ਹੂਰ ਨੇਗੇ ਜਿਹੜੇ ਅਕਬਰ ਦੇ ਨਾਲ ਲੜਾਈਆਂ ਹੋਈਆਂ ਸੀ। ਅਕਬਰ ਦਾ ਸੈਨਾਪਤੀ ਕੌਣ ਸੀ ਉਦੋਂ? ਮਾਨ ਸਿੰਘ, ਹਿੰਦੂ ਸੀ ਇੱਕ, ਮਾਨ ਸਿੰਘ। ਇਹ ਵੀ ਹਿੰਦੂ ਸੀ ਮਹਾਰਾਣਾ ਪ੍ਰਤਾਪ। ਦੇਖੋ ਇਹ ਕਿਵੇਂ ਸਟੋਰੀ ਬਣ ਗਈ ਸੀ ਹੈ ਨਾ, ਵੀ ਹਿੰਦੂ ਅਕਬਰ ਦਾ ਸੈਨਾਪਤੀ ਬਣ ਕੇ ਆਪਣੇ ਹਿੰਦੂ ਭਾਈਚਾਰੇ ਦੇ ਨਾਲ ਹੀ ਯੁੱਧ ਕਰਦਾ ਸੀ ਮਹਾਰਾਣਾ ਪ੍ਰਤਾਪ ਦੇ ਨਾਲ। ਸੋ ਇਹ ਆਪਾਂ ਪਹਿਲਾਂ ਪੜ੍ਹਾ ਚੁੱਕੇ ਹਾਂ ਤੁਹਾਨੂੰ। ਮਹਾਰਾਣਾ ਪ੍ਰਤਾਪ ਦੇ ਬਾਰੇ ਇੱਕ ਟੌਪਿਕ ਜ਼ਰੂਰ ਲੈ ਕੇ ਆਵਾਂਗੇ। ਬੜਾ ਘੈਂਟ ਬੰਦਾ, ਬੜਾ ਕਰੈਕਟਰ ਵਧੀਆ ਰਿਹਾ ਹੋਇਆ। ਅਜੀਬੋ ਗਰੀਬ ਇਤਿਹਾਸ ਹੈ ਭਾਰਤ ਦੇ ਵਿੱਚ। ਇੱਕ ਪਾਸੇ ਸਮਰਾਟ ਅਕਬਰ ਦਾ ਨਾਮ ਲਿਆ ਜਾਂਦਾ ਹੈ ਵੀ ਉਹ ਬੜਾ ਮਹਾਨ ਅਕਬਰ ਸੀ ਹੈ ਨਾ, ਅਕਬਰ ਮਹਾਨ ਰਾਜਾ ਸੀ। ਉਸੇ ਦੇ ਓਪੋਜਿਟ ਮਹਾਰਾਣਾ ਪ੍ਰਤਾਪ ਦਾ ਨਾਂ ਲਿਆ ਜਾਂਦਾ। ਹੁਣ ਪਤਾ ਨਹੀਂ ਕੌਣ ਚੰਗਾ ਸੀ ਕੌਣ ਮਾੜਾ ਸੀ, ਦੋਨਾਂ ਨੂੰ ਅਹਿਮੀਅਤ ਦਿੱਤੀ ਜਾਂਦੀ ਆ। ਸੋ ਆਪਾਂ ਤਾਂ ਚਲੋ ਫੋਕਸ ਕਰਨਾ ਵੀ ਪੇਪਰ ਚੰਗਾ ਹੋਵੇ, ਮੈਥ 'ਚ ਆਈਏ ਅਤੇ ਨੌਕਰੀ ਲੱਗੀਏ। ਜੇਕਰ ਤੁਸੀਂ ਨੌਕਰੀ ਲੱਗ ਵੀ ਜਾਂਦੇ ਹੋ ਤਾਂ ਇਹਨਾਂ ਕਰੈਕਟਰਾਂ ਨੂੰ ਨਾ ਡਿਟੇਲ 'ਚ ਪੜ੍ਹਿਓ, ਕਦੇ ਬੜਾ ਡਿਟੇਲ 'ਚ ਡੂੰਘਾ ਪੜ੍ਹਿਓ, ਪਤਾ ਲੱਗੇ ਵੀ ਕੀ ਗੱਲਾਂ ਸੀ, ਕੀ ਇਤਿਹਾਸ ਸੀ। ਹੁਣ ਅਸੀਂ ਪ੍ਰਸ਼ਨਾਂ 'ਤੇ ਫੋਕਸ ਕਰਨਾ ਆਪਣਾ। ਸੋ ਅਗਲਾ ਪ੍ਰਸ਼ਨ ਜੀ 14 ਨੰਬਰ, ਮੁਗਲ ਸਾਮਰਾਜ ਦੀਆਂ ਸੀਮਾਵਾਂ ਕਿਸ ਸ਼ਾਸਕ ਦੇ ਸਮੇਂ ਬਹੁਤ ਵੱਧ ਗਈਆਂ? ਮੁਗਲ ਸਾਮਰਾਜ ਬਾਬਰ ਤੋਂ ਸ਼ੁਰੂ ਹੋਇਆ ਹੈ।
ਬਹਾਦਰ ਸ਼ਾਹ ਜਾਫਰ ਅਖੀਰਲੇ ਰਾਜੇ ਤੱਕ ਚੱਲੂਗਾ। ਇਸ ਮੁਗਲ ਸਾਮਰਾਜ ਦੀਆਂ ਸੀਮਾਵਾਂ ਸੀ, ਜਿਹੜਾ ਖੇਤਰ ਸੀਗਾ ਮਤਲਬ ਬਾਰਡਰ ਏਰੀਆ ਵੱਧ ਗਿਆ, ਜਿਹੜਾ ਜਿਹਦੇ ਵਿੱਚ ਵੱਧ ਖੇਤਰ ਹੱਥ 'ਚ ਆਇਆ, ਉਹ ਕਿਹੜਾ ਰਾਜਾ ਸੀਗਾ? ਔਰੰਗਜ਼ੇਬ, ਅਕਬਰ, ਜਹਾਂਗੀਰ, ਸ਼ਾਹਜਹਾਂ। ਸੋ ਔਰੰਗਜ਼ੇਬ ਸੀ ਜੀ, ਉਹ ਆਪਸ਼ਨ ਨੰਬਰ 1 ਸਹੀ ਹੈ ਦੋਸਤੋ। ਸੋ 15 ਨੰਬਰ ਪ੍ਰਸ਼ਨ ਅੱਜ ਦੇ ਵੀਡੀਓ ਲੈਕਚਰ ਦਾ ਆਪਣਾ ਆਖਰੀ ਪ੍ਰਸ਼ਨ ਹੈ। ਜੇਕਰ ਤੁਸੀਂ ਨੋਟਸ ਲੈਣੇ ਆ ਹਿਸਟਰੀ SST ਦੇ ਵਿਸ਼ੇ ਨਾਲ, SST ਮਾਸਟਰ ਕੇਡਰ ਦੀ ਤਿਆਰੀ ਦੇ ਲਈ, ਜਿਹਦੇ ਵਿੱਚ ਆਪਾਂ 2 ਵਿਸ਼ਿਆਂ ਦੇ ਤੁਹਾਨੂੰ ਨੋਟਸ ਦੇਵਾਂਗੇ, ਹਿਸਟਰੀ ਐਂਡ ਪੋਲੀਟੀਕਲ ਸਾਇੰਸ ਦੇ। ਸੋ ਤੁਸੀਂ ਇਸ ਨੰਬਰ 'ਤੇ ਫੋਨ ਕਰ ਲਿਓ, ਮੈਸੇਜ ਕਰ ਲਿਓ 88 474 77 007। ਗਰੰਟੀ ਨਾਲ ਨੋਟਸ ਤੁਹਾਨੂੰ ਪੂਰੇ ਸਿਲੇਬਸ ਦੇ ਮਿਲਣਗੇ, ਟਾਈਪ ਕੀਤੇ ਹੋਣਗੇ, ਇੱਕ ਵੀ ਚੀਜ਼ ਮਿਸ ਨਹੀਂ ਹੋਊਗੀ। ਸੋ ਇਹ ਤੁਸੀਂ ਸੰਪਰਕ ਕਰ ਸਕਦੇ ਹੋ। ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਔਰੰਗਜ਼ੇਬ ਦਾ ਉੱਤਰਾਧਿਕਾਰੀ ਕੌਣ ਸੀ? ਬਹਾਦਰ ਸ਼ਾਹ ਪਹਿਲਾ, ਬਹਾਦਰ ਸ਼ਾਹ ਦੂਜਾ, ਦਾਰਾ ਸ਼ਿਕੋ, ਫਰੁਖਸੀਆਰ। ਦਾਰਾ ਸ਼ਿਕੋ ਤਾਂ ਆਪਾਂ ਤੁਹਾਨੂੰ ਦੱਸ ਚੁੱਕੇ ਹਾਂ ਵੀ ਇਹ ਮੁੰਡਾ ਸੀਗਾ ਸ਼ਾਹਜਹਾਂ ਦਾ, ਔਰੰਗਜ਼ੇਬ ਦਾ ਭਰਾ ਸੀ। ਫਰੁਖਸੀਆਰ ਅੱਗੇ ਆਊਗਾ, ਇਹਦੇ ਬਾਰੇ ਪੜ੍ਹਾਵਾਂਗੇ। ਬਹਾਦਰ ਸ਼ਾਹ ਦੂਜਾ, ਇਹ ਵੀ ਲਾਸਟ ਦੇ ਵਿੱਚ ਜਾਊਗਾ। ਬਹਾਦਰ ਸ਼ਾਹ ਪਹਿਲਾ ਸੀ ਜਿਹੜਾ ਔਰੰਗਜ਼ੇਬ ਦਾ ਉੱਤਰਾਧਿਕਾਰੀ ਸੀ। ਆਪਸ਼ਨ ਨੰਬਰ 1 ਸਹੀ ਹੈ ਜੀ। ਸੋ ਦੋਸਤੋ ਮਿਲਦੇ ਹਾਂ ਅਗਲੇ ਵੀਡੀਓ ਲੈਕਚਰ ਦੇ ਵਿੱਚ। ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।